अस्सलाम वालेकुम जी। असदाबाद ਦੇ ਇਲਾਕੇ 'ਚ ਇਸ ਟਾਈਮ ਅਸੀਂ ਬੈਠੇ ਹੋਏ ਹਾਂ ਤੇ ਬਹੁਤ ਫੇਮਸ ਸਿੰਗਰ ਸੀ ਸਾਡੇ ਇਲਾਕੇ ਦਾ ਨਾ। ਉਹਨੇ ਇੱਕ ਨਾਮ ਪੈਦਾ ਕੀਤਾ ਆਪਣਾ ਸਿੰਗਿੰਗ ਦੀ ਦੁਨੀਆ ਦੇ ਵਿੱਚ। ਕੋਕ ਸਟੂਡੀਓ ਜਾਂ ਹੋਰ ਉਹਨੇ ਬਹੁਤ ਸਾਰੇ ਫੇਮਸ ਪ੍ਰੋਗਰਾਮ ਕੀਤੇ। ਉਹਦਾ ਕੰਪੀਟੀਸ਼ਨ ਵਾਲੇ ਪ੍ਰੋਗਰਾਮ ਉਹਨੇ ਕਾਫੀ ਸਾਰੇ ਜਿੱਤੇ ਤੇ ਕਹਿ ਲਓ ਕਿ ਅੱਛਾ ਖਾਸਾ ਉਹਨੇ ਇਸ ਇਲਾਕੇ ਦਾ ਨਾਮ ਮਸ਼ਹੂਰ ਕੀਤਾ। ਲੇਕਿਨ ਆਖਰੀ ਅਯਾਮ ਜਿਹੜੇ ਸੀ ਉਹਦੀ ਜ਼ਿੰਦਗੀ ਦੇ ਉਹ ਬੜੇ ਹੀ ਮੁਸ਼ਕਿਲ ਵਿੱਚ ਗੁਜ਼ਰੇ। ਵਿਚਾਰੇ ਦੇ ਜਿਹੜੇ ਸੀ ਨਾ ਉਹ ਗੁਰਦੇ ਦੋਨੋਂ ਹੀ ਫੇਲ ਹੋ ਚੁੱਕੇ ਸੀ। ਉਸ ਤੋਂ ਬਾਅਦ ਉਹਦੇ ਇੱਕ ਭਾਈ ਨੇ ਉਹਨੂੰ ਗੁਰਦਾ ਡੋਨੇਟ ਕੀਤਾ, ਲੇਕਿਨ ਉਹਦੇ ਵਿੱਚ ਵੀ ਇਨਫੈਕਸ਼ਨ ਹੋ ਗਿਆ ਅਤੇ ਫਿਰ ਡਾਇਲਿਸਿਸ ਉਹਦੇ ਨਾਲ ਤਕਰੀਬਨ 3-4 ਸਾਲਾਂ ਤੋਂ ਲਗਾਤਾਰ ਉਹਦੇ ਨਾ ਡਾਇਲਿਸਿਸ ਹੋ ਰਹੇ ਸੀ। ਲੇਕਿਨ ਐਟ ਦਾ ਐਂਡ ਇੰਨਾ ਕੁ ਜ਼ਿਆਦਾ ਖਰਚਾ ਸੀ ਨਾ ਉਹਨਾਂ ਦਾ ਕਿ ਉਹ ਅਫੋਰਡ ਨਹੀਂ ਕਰ ਪਾ ਰਹੇ ਸੀ। ਫਿਰ ਉਹਨਾਂ ਨੇ ਬਹੁਤ ਸਾਰੇ ਉਹਨਾਂ ਦੇ ਇੰਟਰਵਿਊਜ਼ ਹੋਏ, ਬਹੁਤ ਸਾਰੇ ਚੈਨਲਸ ਵਾਲਿਆਂ ਨੇ ਉਹਨਾਂ ਦਾ ਇੰਟਰਵਿਊ ਕੀਤਾ, ਬਹੁਤ ਸਾਰੇ ਜਿਹੜੇ ਨਾ ਹਕੂਮਤੀ ਨੁਮਾਇੰਦੇ ਉਹਨਾਂ ਨਾਲ ਵੀ ਰਾਬਤਾ ਕੀਤਾ, ਲੇਕਿਨ ਉਹਨਾਂ ਨੂੰ ਕਿਸੇ ਵੀ ਪਾਸੋਂ ਮਦਦ ਨਹੀਂ ਮਿਲੀ ਅਤੇ ਐਟ ਦਾ ਐਂਡ ਪਰਸੋਂ ਜੀ ਉਹਨਾਂ ਦੀ ਡੈਥ ਹੋ ਗਈ ਹੈ। ਅਤੇ ਇੱਕ ਤਾਂ ਜੀ ਸ਼ਬੀਰ ਭਾਈ ਇਹਦੇ ਬਾਰੇ 'ਚ ਆਪਾਂ ਕਹਿ ਸਕਦੇ ਹਾਂ ਕਿ ਜਦੋਂ ਬੰਦੇ ਦੀ ਆਣੀ ਹੁੰਦੀ ਹੈ ਉਹਦੇ ਆਣੀ ਹੈ ਜਦੋਂ ਲਿਖੀ ਹੈ। ਲੇਕਿਨ ਇਸ ਬਾਰੇ ਤੁਹਾਡਾ ਕੀ ਖਿਆਲ ਆ ਕਿ ਜਿਹੜੀ ਹੈ ਨਾ ਹਕੂਮਤੀ ਨੁਮਾਇੰਦੇ ਜਾਂ ਇੰਨੇ ਲੋਕਾਂ ਨੇ ਉਹਨਾਂ ਨੂੰ ਦੇਖਿਆ, ਸਾਹਬ ਇਸਪਾਤ ਲੋਕਾਂ ਨੇ, ਅਤੇ ਲੇਕਿਨ ਉਹਨਾਂ ਦੀ ਮਦਦ ਵਾਸਤੇ ਕੋਈ ਨਹੀਂ ਪਹੁੰਚ ਸਕਿਆ। अस्सलाम वालेकुम। सब तो पहला तो जी मैं असद अब्बास ਦੀ ਜਿਹੜੀ ਫੈਮਿਲੀ ਹੈ, ਉਹਨਾਂ ਦੇ ਜਿਹੜੇ ਘਰ ਵਾਲੇ ਨੇ, ਉਹਨਾਂ ਨਾਲ ਤਜ਼ੀਅਤ ਪੇਸ਼ ਕਰਨਾ। ਅਤੇ ਹੁਣ ਅਸੀਂ ਤਜ਼ੀਅਤ ਕਰਕੇ ਵੀ ਆ ਰਹੇ ਉਹਨਾਂ ਦੇ ਘਰ 'ਚੋਂ। ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਥੋੜ੍ਹੀ ਦੇਰ ਪਹਿਲੇ ਆਪਾਂ ਅਲੀ ਅब्बास ਕੋਲ, ਫਿਰ ਚਾਚੇ ਤੁਫੈਲ ਹੋਰਾਂ ਕੋਲ, ਯਾਨੀ ਕਿ ਉਹਨਾਂ ਦੇ ਜਿਹੜੇ ਵਾਲਿਦ ਸਾਹਿਬ ਨੇ, ਉਹਨਾਂ ਕੋਲ ਬੈਠ ਕੇ ਆਏ ਹਾਂ ਹਾਂਜੀ। ਔਰ ਉਹਨਾਂ ਦੀ ਗੁਫ਼ਤਗੂ ਵੀ ਸੁਣੀ। ਇੱਕ ਗੱਲ ਜਿਹੜੀ ਕਿ ਨਾ ਮੈਨੂੰ ਬੜੀ ਉੱਥੇ ਗੈਰ ਮੁਨਾਸਬ ਲੱਗੀ, ਉਹ ਇਹ ਕਿ ਇੱਕ ਮਸ਼ਹੂਰ ਆਦਮੀ, ਉਸ ਦੀ ਵਫਾਤ ਹੋ ਗਈ, ਉਸ ਦੀ ਫੈਮਿਲੀ ਦੇ ਦੀਗਰ ਲੋਕ ਵੀ ਕਈ ਮਸ਼ਹੂਰ ਨੇ, ਹਾਂਜੀ। ਉਹ ਵੀ ਸਾਡੇ ਤਰ੍ਹਾਂ ਆਮ ਇਨਸਾਨ ਨੇ, ਸਾਡੇ ਤਰ੍ਹਾਂ ਹੀ ਉਹ ਜਜ਼ਬਾਤ ਰੱਖਦੇ ਨੇ, ਸਾਡੇ ਤਰ੍ਹਾਂ ਹੀ ਅਹਿਸਾਸਾਤ ਰੱਖਦੇ ਨੇ, ਸਾਡੇ ਤਰੀਕੇ ਹੀ ਉਹਨਾਂ ਦੇ ਵੀ ਕੁਛ ਤਕਾਜ਼ੇ ਨੇ, ਉਹਨਾਂ ਨੂੰ ਵੀ ਦੁੱਖ ਪਹੁੰਚਦਾ ਵਾ। ਲੇਕਿਨ ਮੀਡੀਆ ਦੇ ਲੋਕ ਜਿਹੜੇ ਨੇ ਐਸੇ ਮੌਕੇ 'ਤੇ ਵੀ ਕਿ ਇੱਧਰੋਂ ਉਹਨੂੰ ਭਰਾ ਦੇ ਜਨਾਜ਼ੇ 'ਤੇ ਆ ਜਾਂ ਕੋਈ ਪੁੱਤਰ ਦੇ ਜਨਾਜ਼ੇ 'ਤੇ ਆ, ਤੋਂ ਲਿਆ ਕੇ ਅੱਗੇ ਮੈਕ ਕਰ ਦੇਣਗੇ, ਹਾਂਜੀ ਦੱਸੋ ਜੀ ਤੁਹਾਨੂੰ ਕੈਸਾ ਲੱਗਿਆ ਜਨਾਜ਼ਾ, ਜਾਂ ਤੁਸੀਂ ਕੀ ਮਹਿਸੂਸ ਕਰ ਰਹੇ ਹੋ, ਤੁਹਾਡੇ ਇਹਦੇ ਨਾਲ ਕੈਸੀ ਜ਼ਿੰਦਗੀ ਗੁਜ਼ਰ ਰਹੀ ਸੀ, ਕੀ ਸੀ। ਉਹ ਸਭ ਗੱਲਾਂ ਪੁੱਛੀਆਂ ਦੱਸੀਆਂ ਜਾ ਸਕਦੀਆਂ, ਲੇਕਿਨ ਇਹ ਜਿਹੇ ਮੌਕੇ 'ਤੇ ਨਹੀਂ। ਬਿਲਕੁਲ। ਇਹ ਆਇੰਦਾ ਵਾਸਤੇ ਵੀ ਮੇਰੀ ਤਾਂ ਇੱਕ ਅਪੀਲ ਹੈ ਮੀਡੀਆ ਦੇ ਲੋਕਾਂ ਨੂੰ ਕਿ ਜਿਹੜੇ ਮਸ਼ਹੂਰ ਲੋਕ ਨੇ, ਖਾਓ ਕੋਈ ਕ੍ਰਿਕਟਰ ਹੋਣ, ਹਾਂਜੀ, ਜਾਂ ਕਿਸੇ ਵੀ ਸ਼ੋਬੇ ਨਾਲ ਤਲਕ ਰੱਖਦੇ ਹੋਣ, ਅਦਾਕਾਰ ਹੋਣ, ਅਦੀਬ ਹੋਣ, ਸਿਆਸਤਦਾਨ ਹੋਣ, ਕਿ ਉਹਨਾਂ ਨੂੰ ਇਹੋ ਜਿਹੇ ਮੌਕੇ 'ਤੇ ਉਹਨਾਂ ਨੂੰ ਥੋੜ੍ਹੀ ਦੇਰ ਲਈ ਰਿਲੈਕਸ ਦੇਣਾ ਚਾਹੀਦਾ। ਰਿਲੈਕਸ ਦੇਣਾ ਚਾਹੀਦਾ। ਹੁਣ ਤੁਸੀਂ ਦੇਖੋ ਕਿ ਹਾਲਾਂਕਿ ਸਾਡੇ ਇਲਾਕੇ ਦਾ ਉਹ ਬੰਦਾ ਸੀ, ਬੇਲ ਦੇਣੀ ਚਾਹੀਦੀ ਤੇ ਉਹਨਾਂ ਦੀ ਪਰਸੋਂ ਦੀ ਡੈਥ ਹੋਈ ਹੈ। ਹਾਂਜੀ। ਅਸੀਂ ਵੀ ਉਸੇ ਦਿਨ ਹੀ ਡੈਥ ਵਾਲੇ ਦਿਨ ਆ ਕੇ ਜੋ ਉਹਨਾਂ ਦੇ ਮਾਈਕ ਕਰ ਦਿੰਦੇ ਤੇ ਬੜੀ ਨਾਮਨਾਸਿਬ ਚੀਜ਼ ਲੱਗ ਰਹੀ ਸੀ। ਅਸੀਂ 2 ਦਿਨ ਬਾਅਦ ਅੱਜ ਆਏ ਹਾਂ, ਤਜ਼ੀਅਤ ਕੀਤੀ ਉਹਨਾਂ ਦੇ ਨਾਲ, ਤੇ ਸਿਰਫ ਉਹਨਾਂ ਦੇ ਵਾਲਿਦ ਸਾਹਿਬ ਦੇ ਨਾਲ ਅਸਦ ਦੀ ਜ਼ਿੰਦਗੀ ਦੇ ਬਾਰੇ ਥੋੜ੍ਹੀ ਜਿਹੀ ਗੁਫ਼ਤਗੂ ਹੋਈ ਹੈ। ਲੇਕਿਨ ਸਾਨੂੰ ਅੱਜ ਵੀ ਜਿਹੜਾ ਨਾ ਉਹ ਬੜਾ ਗੈਰ ਮੁਨਾਸਬ ਲੱਗ ਰਿਹਾ ਸੀ ਕਿ ਯਾਰ ਐਵੇਂ ਦੀ ਜਗ੍ਹਾ ਤੇ ਨਾ ਮੌਕਾ ਨਹੀਂ ਬਣਦਾ ਕਿ ਤੁਸੀਂ ਕੈਮਰੇ ਚਲਾ ਕੇ ਬੈਠਣਾ, ਇਹ ਅੱਛੀ ਗੱਲ ਨਹੀਂ ਹੈ। ਹਾਂਜੀ। ਤੇ ਦੂਸਰੀ ਗੱਲ ਜਿਹੜੀ ਤੁਸੀਂ ਪੁੱਛੀ ਹੈ ਨਾ, ਉਸ ਦੇ ਮੁਤਲਕ ਮੈਂ ਇਹੀ ਕਹਾਂਗਾ ਕਿ ਜਿਸ ਵਕਤ ਵੀ ਕੋਈ ਵੀ ਇਨਸਾਨ ਨੇ ਬਿਮਾਰੀਆਂ ਆ ਜਾਂਦੀਆਂ ਨੇ, ਬੜੇ ਬੜੇ ਮਸ਼ਹੂਰ ਲੋਕ ਬੜੀਆਂ ਬੜੀਆਂ ਬਿਮਾਰੀਆਂ ਨਾਲ ਲੈ ਕੇ ਚਲੇ ਗਏ, ਕਈ ਗਰੀਬ ਲੋਕ ਵੀ ਹਨ ਬਿਮਾਰੀਆਂ ਦੀ ਵਜ੍ਹਾ ਤੋਂ, ਇਲਾਜ ਨਾ ਹੋਣ ਦੀ ਵਜ੍ਹਾ ਤੋਂ ਉਹਨਾਂ ਦੇ ਜਿਹੜੀ ਨਾ ਇੰਤਕਾਲ ਹੋ ਜਾਂਦੇ ਆ, ਮੌਤ ਹੋ ਜਾਂਦੀ ਹੈ। ਮੌਤ ਤਾਂ ਵੈਸੇ ਵੀ ਆਣੀ ਹੈ ਇੱਕ ਨਾ ਇੱਕ ਦਿਨ, ਲੇਕਿਨ ਆਪਣੇ ਵਾਲੀ ਤਾਂ ਲੋਕ ਕੋਸ਼ਿਸ਼ ਕਰਦੇ ਨੇ ਇਲਾਜ ਮੁਆਵਜ਼ੇ ਵਾਲੀ, ਉਹਨਾਂ ਨੇ ਵੀ ਕੋਸ਼ਿਸ਼ ਕੀਤੀ। ਹੁਣ ਇਹਦੇ 2-4 ਚੀਜ਼ਾਂ ਨੇ ਕਿ ਅਸੀਂ ਅਗਰ ਮਾਜ਼ੀ ਦੇ ਵਿੱਚ ਵੀ ਵੇਖੀਏ ਤੇ ਪਾਕਿਸਤਾਨ ਦੇ ਵਿੱਚ ਬਹੁਤ ਸਾਰੇ ਐਸੇ ਲੋਕ ਜਿਹੜੇ ਕਿ ਸ਼ੋਭਾ ਫਨੂਨ ਲਤੀਫਾ ਨਾਲ ਤਾਲੁਕ ਰੱਖਦੇ ਸਨ। ਜਿਸ ਵਕਤ ਉਹਨਾਂ ਦੇ ਬਿਮਾਰੀ ਆਈ ਜਾਂ ਕੋਈ ਐਸੇ ਮਸਲੇ ਮਸਾਇਲ 'ਚ ਆਏ, ਤੇ ਉਹਨਾਂ ਦੀ ਤਰਫੋਂ ਜਦੋਂ ਇਹ ਅਪੀਲਾਂ ਆਉਂਦੀਆਂ ਨੇ ਕਿ ਉਹਨਾਂ ਦੇ ਕੋਲ ਇਲਾਜ ਮੁਆਵਜ਼ੇ ਵਾਸਤੇ ਸਹੂਲੀਅਤ ਨਹੀਂ ਹਨ, ਤੇ ਬੜਾ ਅਫਸੋਸ ਹੁੰਦਾ ਹੈ 2 ਚੀਜ਼ਾਂ 'ਤੇ। ਇੱਕ ਤਾਂ ਇਹ ਕਿ ਐਸੇ ਹਾਲਾਤ ਹੋਏ ਕਿਉਂ, ਕਿ ਅਗਰ ਉਹ ਇੱਕ ਪੀਕ 'ਤੇ ਚਲੇ ਗਏ ਸਨ, ਬੜੇ ਮਸ਼ਹੂਰ ਹੋ ਗਏ ਸਨ, ਅੱਲਾਹ ਤਾਲਾ ਨੇ ਉਹਨਾਂ ਦੀ, ਜਿਵੇਂ ਪੰਜਾਬੀ 'ਚ ਕਹਿੰਦੇ ਨੇ, ਬਾਂਹ ਫੜ ਲਈ, ਦੌਲਤ ਵੀ ਹੈ, ਸ਼ੋਹਰਤ ਵੀ ਹੈ, ਸ਼ੋਹਰਤ ਵੀ ਹੈ, ਉਸ ਦੇ ਬਾਵਜੂਦ ਇਸ ਤਰੀਕੇ ਦੇ ਮਸਾਇਲ ਬਣੇ ਕਿ ਉਹਨਾਂ ਨੇ ਕੋਈ ਐਸਾ ਸਾਈਡ ਬਿਜ਼ਨਸ ਸ਼ੁਰੂ ਨਹੀਂ ਕੀਤਾ ਹੁੰਦਾ, ਕੋਈ ਪਾਸੇ ਤੇ ਕੋਈ ਕਾਰੋਬਾਰ ਨਹੀਂ ਸ਼ੁਰੂ ਕੀਤਾ ਹੁੰਦਾ ਕਿ ਜਿਹਦੇ ਨਾਲ ਕਿ ਉਹ ਉਹਨਾਂ ਦੀ ਆਮਦਨ ਆਉਂਦੀ ਰਹੇ, ਤੇ ਉਹਨਾਂ ਨੂੰ ਬਜਾਏ ਐਸੇ ਮੌਕੇ 'ਤੇ ਕੁਝ ਲਵਣ ਦੇ, ਲੋਕਾਂ ਨੂੰ ਦੇਵਣ ਵਾਲੇ ਬਣਨ। ਅੱਜ ਤੱਕ ਫਨੂਨ ਲਤੀਫਾ ਦੇ ਵਿੱਚ ਐਸੇ ਬਹੁਤ ਘੱਟ ਲੋਕ ਪਾਏ ਗਏ ਨੇ ਕਿ ਜਿਹੜੇ ਲਵਣ ਦੀ ਬਜਾਏ ਦੇਵਣ ਵਾਲਿਆਂ ਵਿੱਚ ਸਨ। ਮੈਂ ਹੁਣ ਨਾਮ ਨਹੀਂ ਲੈਣਾ ਚਾਹੁੰਦਾ, ਲੇਕਿਨ ਕਈ ਲੋਕ ਐਸੇ ਹੈ ਸਨ ਕਿ ਜਿਨ੍ਹਾਂ ਕੋਲ ਸਭ ਕੁਝ ਹੈ ਵੀ ਸੀ, ਤੇ ਉਸ ਤੋਂ ਬਾਅਦ ਜਦੋਂ ਮਸਲੇ ਬਣੇ ਤੇ ਉਹਨਾਂ ਕੋਲ ਕੁਝ ਵੀ ਨਾ ਰਿਹਾ। ਉਹਦੀ ਵਜ੍ਹਾ ਇਹ ਕਿ ਇਹਨਾਂ ਲੋਕਾਂ ਨੂੰ
ਨੌਜਵਾਨ ਤਬਕੇ ਵਾਸਤੇ ਇੱਕ ਸਬਕ ਬਣਨਾ ਚਾਹੀਦਾ ਹੈ, ਇੱਕ ਮਿਸਾਲ ਬਣਨਾ ਚਾਹੀਦਾ ਹੈ ਕਿ ਜਦੋਂ ਮੌਕਾ ਮਿਲਿਆ ਤੇ ਨਾਲ ਹੀ ਆਪਦਾ ਕੁਝ ਪਾਸੇ ਤੇ ਕਾਰੋਬਾਰ ਵੀ ਕਰਨ, ਤਾਂ ਕਿ ਆਪਦਾ ਖਾਵਣ ਪੀਵਣ ਕਿਸੇ ਵਕਤ ਇਹਨਾਂ ਨੂੰ ਇਮਦਾਦ ਦੀ ਜ਼ਰੂਰਤ ਨਾ ਰਵੇ। ਕਿਸੇ ਵਕਤ ਕੋਈ ਮੁਸ਼ਕਲ ਟਾਈਮ ਆ ਜਾਵੇ ਹਾਂਜੀ ਤੇ ਉਹ ਜੋ ਉਹਨਾਂ ਦਾ ਇੱਕ ਸਕਿੱਲ ਹੈ, ਜੋ ਉਹਨਾਂ ਦਾ ਹੁਨਰ ਹੈ, ਹਾਂਜੀ ਉਹ ਫਿਰ ਤੁਹਾਨੂੰ ਪਤਾ ਕਿ ਜਦੋਂ ਬਿਮਾਰੀ ਆ ਜਾਵੇ ਜਾਂ ਕੋਈ ਇਦਾਂ ਦਾ ਮਸਲਾ ਬਣ ਜਾਵੇ ਬਿਲਕੁਲ ਤੇ ਉਹ ਫਿਰ ਬਿਮਾਰੀ ਵਿੱਚ ਤਾਂ ਨਹੀਂ ਨਾ ਤੁਸੀਂ ਹੁਨਰ ਆਪਣਾ ਦਿਖਾ ਸਕਦੇ, ਬਿਲਕੁਲ ਨਹੀਂ ਫਿਰ ਵਿਖਾ ਤੁਹਾਡਾ ਸਕਦੇ, ਸਾਈਡ ਜਿਹੜਾ ਬਿਜ਼ਨਸ ਹੋਏਗਾ ਉਹ ਕੰਮ ਆਉਂਦਾ ਰਹੇਗਾ। ਉਹ ਕੰਮ ਆਉਂਦਾ ਰਹੇਗਾ। ਲੋ ਜੀ, ਇਹ ਸੀ ਅੱਜ ਦੀ ਸਾਡੀ ਨਾ ਵੀਡੀਓ, ਜਿਹਦੇ ਵਿੱਚ ਇਹ ਅਸੀਂ ਪੈਗਾਮ ਦੇਣਾ ਚਾਹ ਰਹੇ ਸੀ ਕਿ ਜਦੋਂ ਵੀ ਤੁਸੀਂ ਕਿਸੇ ਵੀ ਪਪੂਲਰ ਜਾਂ ਮਸ਼ਹੂਰ ਬੰਦੇ ਦੇ ਘਰ ਜਾਂਦੇ ਹੋ, ਠੀਕ ਆ, ਇੱਕ ਮੁਸ਼ਕਲ ਜੋ ਟਾਈਮ ਆਇਆ ਹੁੰਦਾ ਉੱਤੇ, ਤੁਸੀਂ ਕਦੀ ਵੀ ਜਿਹੜਾ ਨਾ ਉਹ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨ ਵਾਸਤੇ ਨਾ ਜਾਓ। ਤੁਸੀਂ ਖਾਸ ਤੌਰ ਤੇ ਮੀਡੀਆ ਨਾਲ ਤਾਲੁਕ ਰੱਖਦੇ ਹੋ ਜਾਂ ਕਿਸੇ ਵੀ ਹੋਰ ਸ਼ੋਬੇ ਨਾਲ ਤਾਲੁਕ ਹੋ, ਤੁਸੀਂ ਬਸ ਉਹਨਾਂ ਨਾਲ ਤਜ਼ਕੀਰ ਕਰਨ ਜਾਓ, ਠੀਕ ਹੈ, ਤੇ ਮੌਕਾ ਮੁਨਾਸਬਤ ਦੇਖ ਕੇ ਫਿਰ ਜਿਹੜਾ ਤੁਸੀਂ ਉਹਨਾਂ ਨਾਲ ਸਵਾਲ ਜਵਾਬ ਕਰ ਸਕਦੇ ਹੋ ਫਿਰ ਕਰੋ। ਤੇ ਦੂਜੇ ਜਿਹੜੇ ਫਨਕਾਰ ਲੋਕ ਨੇ, ਅਸੀਂ ਬਹੁਤ ਸਾਰੀ ਬਹੁਤ ਦਫਾ ਦੇਖਿਆ ਕਿ ਬਹੁਤ ਸਾਰੇ ਸਾਡੇ ਫਨਕਾਰ ਐਸੇ ਸੀ ਕਿ ਜਦੋਂ ਆਖਰੀ ਉਮਰ 'ਚ ਆ ਕੇ ਉਹ ਬਿਮਾਰ ਹੋਏ ਤੇ ਫਿਰ ਉਹਨਾਂ ਦੀ ਵੀਡੀਓਜ਼ ਇਸ ਤਰ੍ਹਾਂ ਦੀਆਂ ਆਈਆਂ ਕਿ ਸਾਡੀ ਮਦਦ ਕਰੋ, ਅਸੀਂ ਬਾਹਰ ਇਲਾਜ ਵਾਸਤੇ ਜਾਣਾ ਹੈ ਤੇ ਸਾਡੇ ਕੋਲ ਪੈਸੇ ਨਹੀਂ ਹੈਗੇ। ਤੇ ਸਾਰੇ ਫਨਕਾਰਾਂ ਨੂੰ ਵੀ ਇਹ ਚਾਹੀਦਾ ਕਿ ਕੋਈ ਨਾ ਕੋਈ ਆਪਣਾ ਐਸਾ ਨਿਜ਼ਾਮ ਜ਼ਰੂਰ ਬਣਾਉਣ ਕਿ ਜਦੋਂ ਵੀ ਕੋਈ ਮੁਸ਼ਕਲ ਵਕਤ ਆਵੇ ਤੇ ਉਹਨਾਂ ਕੋਲ ਨਾ ਆਪਣੇ ਇਲਾਜ ਮੁਆਲਜੇ ਵਾਸਤੇ ਇੰਨਾ ਕੁ ਪੈਸਾ ਹੋਵੇ ਕਿ ਦੂਸਰੇ ਕਿਸੇ ਅੱਗੇ ਹੱਥ ਨਾ ਫੈਲਾਣੇ ਪੈਣ। ਬਿਲਕੁਲ ਠੀਕ ਹੈ ਜੀ, ਚੰਗਾ ਜੀ, ਮਿਲਦੇ ਹਾਂ ਅਗਲੀ ਵੀਡੀਓ।